ਵਿਰਸਾ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਰਪ੍ਰੀਤ ਕੌਰ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਮੇਂ-ਸਮੇਂ ਤੇ ਮੈਂ ਤੁਹਾਨੂੰ ਮਿਲਵਾਉਂਦੀ ਰਹਿੰਦੀ ਹਾਂ ਵੱਖ-ਵੱਖ ਗਾਇਕਾਂ ਨਾਲ, ਪਰ ਅੱਜ ਜਿਨ੍ਹਾਂ ਨੂੰ ਮੈਂ ਤੁਹਾਡੇ ਰੂਬਰੂ ਕਰਵਾਉਣ ਜਾ ਰਹੀ ਹਾਂ, ਜਿੱਥੋਂ ਗਾਇਕੀ ਦੀ ਸ਼ੁਰੂਆਤ ਹੋਈ। ਕਹਿੰਦੇ ਸਭ ਤੋਂ ਪਹਿਲਾਂ ਗੁਰਬਾਣੀ ਜਿਹੜੀ ਆ ਇਹ ਸਾਨੂੰ ਸਿਖਾਉਂਦੀ ਕਿ ਅਸੀਂ ਜ਼ਿੰਦਗੀ ਦੇ ਵਿੱਚ ਜਿਉਣਾ ਕਿੱਦਾਂ, ਜੀਵਨ ਦੀ ਸੇਧ ਦਿੰਦੀ ਆ ਤੇ ਉਸ ਜੀਵਨ ਦੀ ਸੇਧ ਤੇ ਚੱਲਣਾ ਬਹੁਤ ਔਖਾ। ਕਹਿੰਦੇ ਸਿੱਖੀ ਵਾਲੋਂ ਨਿੱਕੀ, ਇਹਦੇ ਤੇ ਚੱਲਣਾ ਬਹੁਤ ਔਖਾ ਹੁੰਦਾ ਤੇ ਉਦਾਂ ਦੀਆਂ ਮਹਾਨ ਸ਼ਖਸੀਅਤਾਂ ਨਾਲ ਤੁਹਾਨੂੰ ਮਿਲਵਾਉਣ ਜਾ ਰਹੀ ਹਾਂ। ਮੇਰੇ ਨਾਲ ਨੇ ਗੁਰਜੀਤ ਸਿੰਘ ਜੀ ਤੇ ਉਹਨਾਂ ਦੇ ਨਾਲ ਸ਼ੀਤਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਗੁਰਜੀਤ ਜੀ ਤੇ ਸ਼ੀਤਲ ਜੀ ਮੈਨੂੰ ਇਹ ਦੱਸੋ ਕਿ ਜਿਹੜੀ ਢਾਡੀ ਵਾਰਾਂ ਨੇ ਜੀ, ਇਹ ਹੋਂਦ ਦੇ ਵਿੱਚ ਕਦੋਂ ਆਈਆਂ? ਢੱਡ ਸਰੰਗੀ ਜਿਹੜੇ ਲੋਕ ਸਾਜ਼ ਨੇ ਔਰ ਕਾਫੀ ਸਮਾਂ ਪਹਿਲਾਂ ਜਿਹੜੇ ਇਹ ਵੱਜਦੇ ਹੁੰਦੇ, ਕਿਉਂਕਿ ਜਿਵੇਂ ਕਿ ਸਰੰਗੀ ਨੂੰ ਕੋਠੇ ਦਾ ਸਾਜ਼ ਵੀ ਕਿਹਾ ਜਾਂਦਾ ਸੀ। ਢੱਡ ਜਿਹੜੀ ਆ ਇਹ ਲੋਕ ਮੇਲਿਆਂ ਦੇ ਵਿੱਚ ਸੀ ਵੱਜਦੀ ਸੀ। ਬਟ ਛੇਵੇਂ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਛੇਵੇਂ ਵਾਰਸ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਔਰ ਉਹ ਢਾਡੀ ਕਲਾ ਨੂੰ ਸਭ ਤੋਂ ਪਹਿਲਾਂ ਸਿੱਖ ਸਟੇਜਾਂ ਦੇ ਉੱਤੇ ਲੈ ਕੇ ਆਏ। ਜਦੋਂ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਉਹ ਗੁਰਤਾ ਗੱਦੀ ਤੇ ਬੈਠੇ ਤਾਂ ਉਸ ਟਾਈਮ ਉਹਨਾਂ ਨੇ ਐਲਾਨ ਕੀਤਾ ਕਿ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਔਰ ਲੋਢੇ ਪੈਰ, ਜਿਹਨੂੰ ਆਪਾਂ ਦੁਪਹਿਰ ਵੇਲਾ ਕਹਿ ਦਿੰਦੇ, ਕਹਿੰਦੇ ਕਿ ਲੋਢੇ ਪੈਰ ਢਾਡੀ ਵਾਰਾਂ ਜਿਹੜੀਆਂ ਹੋਇਆ ਕਰਨਗੀਆਂ। ਕਿਉਂਕਿ ਉਹਨਾਂ ਨੇ ਜਿਹੜਾ ਪਹਿਲਾ ਸੀ ਜੋ ਚੱਲਦਾ ਸੀ ਸਿੱਖੀ ਦੇ ਵਿੱਚ, ਉਸ ਨੂੰ ਥੋੜਾ ਜਿਹਾ ਚੇਂਜ ਕੀਤਾ, ਇਨਕਲਾਬ ਵਾਲੇ ਪਾਸੇ ਲੈ ਕੇ ਆਂਦਾ। ਸ਼ਹਾਦਤ ਪੰਜਵੇਂ ਪਾਤਸ਼ਾਹ ਨੇ ਸ਼ਹਾਦਤ ਦੇ ਦਿੱਤੀ, ਫਿਰ ਉਹਨਾਂ ਨੇ ਉਸ ਸ਼ਹਾਦਤ ਦੇ ਵਿੱਚੋਂ ਇਨਕਲਾਬ ਨਿਕਲਿਆ ਔਰ ਇਨਕਲਾਬ ਦੀ ਸ਼ੁਰੂਆਤ ਜਿਹੜੀ ਕਰਨੀ ਸੀ ਔਰ ਉਹਨਾਂ ਨੇ ਜਿਹੜਾ ਇਹਨੂੰ ਢਾਡੀ ਕਲਾ ਜਿਹੜੀ ਸਿੱਖ ਸਟੇਜਾਂ ਤੇ ਲਿਆਂਦੀ। ਉਸ ਟਾਈਮ ਬਾਬਾ ਬਿਧੀ ਚੰਦ ਸਾਹਿਬ ਜਿਹੜੇ ਸੀ ਬਹੁਤ ਪਿਆਰੇ ਸਿੱਖ ਸੀ ਛੇਵੇਂ ਪਾਤਸ਼ਾਹ ਦੇ, ਔਰ ਉਹਨਾਂ ਨੇ ਉਹਨਾਂ ਨੂੰ ਹੁਕਮ ਕੀਤਾ, ਆਖਣ ਲੱਗੇ ਬਾਬਾ ਜੀ ਕੋਈ ਵਧੀਆ ਢਾਡੀ ਜਥਾ ਜਿਹੜਾ ਉਹ ਲੈ ਕੇ ਆਓ। ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਇੱਕ ਨਗਰ ਹੈ ਸੁਰ ਸਿੰਘ ਦੇ ਵਿੱਚ ਦੋ ਭਰਾ ਜਿਹੜੇ ਗਾਉਂਦੇ ਸੀਗੇ ਢਾਡੀ ਸੀ, ਭਾਈ ਨੱਥਮਲ ਤੇ ਭਾਈ ਅਬਦੁਲ ਜੀ। ਔਰ ਬਾਬਾ ਬਿਧੀ ਚੰਦ ਸਾਹਿਬ ਨੂੰ ਜਦੋਂ ਸੱਚੇ ਪਾਤਸ਼ਾਹ ਨੇ ਭੇਜਿਆ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ, ਕਹਿੰਦੇ ਕਿ ਉਹਨਾਂ ਨੂੰ ਸਤਿਕਾਰ ਦੇ ਨਾਲ ਲੈ ਕੇ ਆਉਣਾ। ਇੱਥੋਂ ਤੱਕ ਇਤਿਹਾਸਕਾਰ ਲਿਖਦੇ ਕਿ ਹਾਥੀ ਦੇ ਉੱਪਰ ਬਿਠਾ ਕੇ ਉਹ ਦੋਨੇ ਮੀਰ ਆਲਮ ਭਰਾ ਸੀ, ਕਿਉਂਕਿ ਉਹ ਲੋਕਾਂ ਦੀ ਸਿਫਤੋ ਸਲਾਹ ਕਰਦੇ ਸੀ। ਰਾਜਿਆਂ ਦੇ ਦਰਬਾਰਾਂ ਦੇ ਵਿੱਚ ਵੱਡੇ ਵੱਡੇ ਰਾਈਸ ਜਿਹੜੇ ਹੁੰਦੇ ਸੀ ਉਹਨਾਂ ਦੇ ਦਰਬਾਰਾਂ ਦੇ ਵਿੱਚ ਉਹਨਾਂ ਦੀ ਕੀਰਤੀ, ਉਹਨਾਂ ਦੀ ਉਸਤਤ ਕਰਦੇ ਸੀ, ਆਪਣਾ ਪੇਟ ਪਾਲਦੇ ਸੀ। ਔਰ ਉਹਨਾਂ ਨੂੰ ਸਭ ਤੋਂ ਪਹਿਲਾਂ ਜਦੋਂ ਲੈਣ ਗਏ, ਉਹਨਾਂ ਨੂੰ ਹਾਥੀ ਦੇ ਉੱਪਰ ਜਦੋਂ ਬਿਠਾ ਕੇ ਲਿਆਂਦਾ ਤੇ ਉਹ ਗਦਗਦ ਹੋ ਗਏ, ਆਖਣ ਲੱਗੇ ਕਿ ਇੰਨਾ ਮਾਣ ਤੇ ਕਦੇ ਸਾਨੂੰ ਜ਼ਿੰਦਗੀ ਦੇ ਵਿੱਚ ਨਹੀਂ ਮਿਲਿਆ। ਉਸ ਤੋਂ ਬਾਅਦ ਫਿਰ ਜਦੋਂ ਉਹ ਛੇਵੇਂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਆਏ ਤੇ ਮਹਾਰਾਜ ਨੇ ਜਿਹੜਾ ਬਚਨ ਕੀਤਾ, ਆਖਣ ਲੱਗੇ ਆਓ ਭਾਈ ਨੱਥਮਲ ਜੀ, ਭਾਈ ਅਬਦੁਲ ਜੀ। ਜਦੋਂ ਭਾਈ ਸਾਹਿਬ ਸ਼ਬਦ ਦੇ ਨਾਲ ਉਹਨਾਂ ਨੂੰ ਸੰਬੋਧਨ ਕੀਤਾ ਤੇ ਉਹਨਾਂ ਦੀ ਜਿਹੜੀ ਖੁਸ਼ੀ ਦੀ ਕੋਈ ਹੱਦ ਨਾ ਰਹੀ, ਵੈਰਾਗ ਵਿੱਚ ਆ ਗਿਆ ਕਿ ਸੱਚੇ ਪਾਤਸ਼ਾਹ ਇੰਨਾ ਮਾਣ ਤੇ ਅਜੇ ਤੱਕ ਸਾਨੂੰ ਕਿਸੇ ਨੇ ਨਹੀਂ ਦਿੱਤਾ। ਤੇ ਮਹਾਰਾਜ ਕਹਿੰਦੇ ਮਾਣ ਵੀ ਦਿਆਂਗੇ, ਤਾਣ ਵੀ ਦਿਆਂਗੇ, ਧਨ ਦੌਲਤ ਵੀ ਦਿਆਂਗੇ। ਅੱਜ ਤੋਂ ਤੁਸੀਂ ਜਿਹੜੇ ਦੁਨਿਆਵੀ ਲੋਕਾਂ ਦੀ ਸਿਫਤੋ ਸਲਾਹ ਉਸ ਨੂੰ ਛੱਡ ਕੇ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਜਿਹੜੀ ਆ ਕੀਰਤੀ ਕਰੋ, ਗੁਰੂ ਨਾਨਕ ਦੇ ਘਰ ਦੇ ਨਾਲ ਜੁੜ ਜਾਓ। ਉੱਥੋਂ ਫਿਰ ਜਿਹੜੀ ਢਾਡੀ ਪਰੰਪਰਾ ਜਿਹੜੀ ਸਿੱਖ ਸਟੇਜਾਂ ਦੇ ਉੱਤੇ ਛੇਵੇਂ ਪਾਤਸ਼ਾਹ ਨੇ ਭਾਈ ਨੱਥਮਲ ਤੇ ਭਾਈ ਅਬਦੁਲ ਢਾਡੀਆਂ ਦੇ ਥਰੂ ਜਿਹੜੀ ਉਹ ਲੈ ਕੇ ਆਉਂਦੀ। ਕਿਆ ਬਾਤ ਹੈ, ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ ਸਾਡੇ ਦਰਸ਼ਕਾਂ ਨੂੰ। ਮੈਨੂੰ ਲੱਗਦਾ ਕਿ ਬਹੁਤੇ ਸਾਡੇ ਦਰਸ਼ਕ ਹੋਣੇ ਜਿਨ੍ਹਾਂ ਨੂੰ ਇਹ ਚੀਜ਼ ਨਹੀਂ ਪਤਾ ਹੋਣੀ ਹੈ ਨਾ, ਕਿਉਂਕਿ ਅੱਜ ਕੱਲ੍ਹ ਜੇ ਅਸੀਂ ਗੱਲ ਕਰੀਏ ਤਾਂ ਜਿਹੜੇ ਸਾਡੇ ਢਾਡੀ ਵਾਰਾਂ ਨੇ ਜਾਂ ਜਿਹੜੇ ਸਾਡੇ ਜਥੇ ਨੇ, ਉਹਨਾਂ ਨੂੰ ਜ਼ਿਆਦਾਤਰ ਲੋਕ ਪਸੰਦ ਕਰਦੇ ਨੇ ਅੱਜ ਕੱਲ੍ਹ ਐਂਟਰਟੇਨਮੈਂਟ ਦਾ। ਇਹਨਾਂ ਨੂੰ ਜ਼ਿਆਦਾ ਵਧੀਆ ਰਿਸਪੌਂਸ ਨਹੀਂ ਮਿਲਦਾ ਤੇ ਕਿਤੇ ਨਾ ਕਿਤੇ ਇਹ ਲੱਗਦਾ ਕਿ ਖਤਮ ਹੋਣ ਦੀ ਕਗਾਰ ਤੇ ਆਈ ਹੋਈ ਸੀ। ਪਰ ਫਿਰ ਵੀ ਗੁਰੂ ਦੇ ਸਿੱਖ ਐਸੇ ਨੇ ਕਿ ਇਹਨੂੰ ਹੋਰ ਵੀ ਜ਼ਿਆਦਾ ਵਧਾ ਕੇ ਕਰਦੇ ਨੇ। ਅੱਜ ਕਿਸੇ ਪਾਸੇ ਚੱਲ ਜਾਈਏ ਗੁਰੂ ਘਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੁੰਦੀਆਂ ਨੇ, ਢਾਡੀ ਵਾਰਾਂ ਚੱਲਦੀਆਂ ਨੇ, ਰੂਹ ਨੂੰ ਤੇ ਕੰਨਾਂ ਨੂੰ ਦੋਵਾਂ ਨੂੰ ਸਕੂਨ ਦਿੰਦੀਆਂ ਨੇ, ਹਨਾ। ਪਰ ਜਿਹੜੀ ਤੁਹਾਡੀ ਸਟੇਜ ਦੀ ਯਾਤਰਾ ਸੀ ਇਹ ਕਦੋਂ ਸ਼ੁਰੂ ਕੀਤੀ ਤੁਸੀਂ? ਦੇਖੋ ਜੀ, ਮੈਂ ਪਹਿਲਾਂ ਸ਼ੁਰੂ ਤੋਂ ਥੋੜਾ ਜਿਹਾ, ਕਿਉਂਕਿ ਬੱਚੇ ਦਾ ਪਤਾ ਲੱਗ ਜਾਂਦਾ ਜਦੋਂ ਬੱਚਾ ਛੋਟਾ ਹੁੰਦਾ, ਉਹਦੇ ਜਿਹੜੇ ਸਿੰਪਟਮ ਹੁੰਦੇ ਕੋਈ ਕਿਸ ਪਾਸੇ ਨੂੰ, ਮੈਨੂੰ ਥੋੜਾ ਜਿਹਾ ਸ਼ੌਕ ਸੀ। ਔਰ ਕਿਉਂਕਿ ਮੈਂ ਬਚਪਨ ਦੇ ਵਿੱਚ ਉਸ ਸ਼ੌਕ ਨੂੰ ਆਪਣਾ ਨਹੀਂ ਇੰਪਰੂਵ ਕਰ ਸਕਿਆ, ਫਿਰ ਮੈਂ ਜਿੱਦਾਂ ਪ੍ਰਾਇਮਰੀ ਦੀ ਸੈਕੰਡਰੀ ਦੀ ਪੜ੍ਹਾਈ ਆਪਣੇ ਪਿੰਡ ਤੋਂ ਸ਼ਹੀਦ
ਉਦਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਉੱਥੋਂ ਲਈ। ਉਸ ਤੋਂ ਬਾਅਦ ਕਾਲਜ ਦੇ ਵਿੱਚ GN ਖਾਲਸਾ ਕਾਲਜ ਸੁਲਤਾਨਪੁਰ ਲੋਧੀ ਸਾਹਿਬ, ਉੱਥੋਂ ਮੈਂ ਆਪਣੇ ਸੰਗੀਤ ਦੀ ਸ਼ੁਰੂਆਤ ਕੀਤੀ। ਔਰ ਉਸ ਤੋਂ ਬਾਅਦ GN ਖਾਲਸਾ ਕਾਲਜ ਸੁਲਤਾਨਪੁਰ ਲੋਧੀ ਤੋਂ ਬਾਅਦ ਫਿਰ ਜਲੰਧਰ ਦੇ ਵਿੱਚ APJ ਕਾਲਜ ਆਫ ਫਾਈਨ ਆਰਟ ਜਲੰਧਰ, ਉਹ ਉੱਥੋਂ ਜਿਹੜਾ ਮੇਰਾ ਪ੍ਰੋਪਰ ਜਿਹੜਾ ਸੰਗੀਤ ਦਾ ਸਫ਼ਰ ਉਹ APJ ਕਾਲਜ ਤੋਂ ਸ਼ੁਰੂ ਹੋਇਆ ਜੀ। ਔਰ ਉੱਥੇ ਮੈਂ ਬੈਚਲਰ ਪਰਫਾਰਮਿੰਗ ਆਰਟ ਦੀ ਡਿਗਰੀ ਕੀਤੀ। ਔਰ ਉੱਥੋਂ ਹੀ ਜਿੱਦਾਂ ਜਿਹੜਾ ਜਦੋਂ ਕਿ ਅਸੀਂ ਕਾਲਜ ਦੇ ਵਿੱਚ ਮੈਂ 2003 ਦੇ ਵਿੱਚ ਕਾਲਜ ਜੁਆਇਨ ਕੀਤਾ ਸੀ, APJ ਕਾਲਜ ਆਫ ਫਾਈਨ ਆਰਟ ਜਲੰਧਰ। ਔਰ ਢਾਡੀ ਵਾਰ ਜਿਹੜੀ ਉਦੋਂ 1-2 ਸਾਲ ਪਹਿਲਾਂ ਹੀ ਜਿਹੜੀ ਢਾਡੀ ਵਾਰ ਜਿਹੜੀ ਉਹ ਯੂਨੀਵਰਸਿਟੀ ਦੇ ਵਿੱਚ ਜਿਹੜੀ ਇਹ ਆਈਟਮ ਸੀ ਇੰਪਰੂਵ ਹੋਈ ਸੀ। ਔਰ ਮੇਰਾ ਖਿਆਲ ਦੂਸਰਾ ਕਿ ਤੀਸਰਾ ਸਾਲ ਸੀ ਜਦੋਂ ਅਸੀਂ ਇਹਨੂੰ ਉੱਥੇ ਪਰਫਾਰਮ ਕੀਤਾ, ਔਰ ਬਹੁਤ ਵਧੀਆ ਜਿਹੜਾ ਸਾਨੂੰ ਰਿਸਪਾਂਸ ਮਿਲਿਆ। ਹਾਂਜੀ, ਔਰ ਪੋਜੀਸ਼ਨ ਲਈਆਂ। ਉਸ ਤੋਂ ਬਾਅਦ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ ਜੀ। ਔਰ ਮੈਂ 7 ਤੱਕ ਉੱਥੇ 2007 ਤੱਕ ਮੈਂ ਸਟੱਡੀ ਕੀਤੀ। ਔਰ 골ਡ ਮੈਡਲ ਹੈ ਜੀ ਯੂਨੀਵਰਸਿਟੀ ਦੇ ਵਿੱਚ, ਇਹ ਆ ਢਾਡੀ ਵਾਰ ਤੇ ਕਵਿਸ਼ਰੀ। ਤੇ ਮੈਨੂੰ 2007 ਦੇ ਵਿੱਚ ਬੈਸਟ ਵੋਕਲਿਸਟ ਫੋਕ APJ ਕਾਲਜ ਤੋਂ ਯੂਨੀਵਰਸਿਟੀ ਤੋਂ ਉਹ ਵੀ ਮੈਨੂੰ ਮਾਣ ਹਾਸਲ ਹੋਇਆ। ਔਰ ਸਭ ਤੋਂ ਪਹਿਲਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੁਲਤਾਨਪੁਰ ਲੋਧੀ ਸਾਹਿਬ, ਉੱਥੋਂ ਡਾਕਟਰ ਮਨਜੀਤ ਕੌਰ ਪੱਡਾ ਜੀ, ਉਹਨਾਂ ਨੇ ਮੈਨੂੰ ਬਹੁਤ ਜਿਹੜਾ ਇਸ ਬਾਰੇ ਉਤਸ਼ਾਹਿਤ ਕੀਤਾ। ਔਰ ਜਿਹੜੇ ਮੇਰੇ ਮੁੱਢਲੇ ਉਸਤਾਦ ਜਗਜੀਤ ਸਿੰਘ ਜੱਗਾ ਭਾਜੀ, ਮੇਰੇ ਕਜ਼ਨ, ਉਹਨਾਂ ਕੋਲੋਂ ਮੈਂ ਸਿੱਖਿਆ। ਫਿਰ ਜਦੋਂ APJ ਕਾਲਜ ਆਏ ਉੱਥੇ ਡਾਕਟਰ ਰਮਨ ਮਿਸ਼ਰਾ ਜੀ, ਮੈਡਮ ਅਮਿਤਾ ਮਿਸ਼ਰਾ ਜੀ, ਉਹਨਾਂ ਨੇ ਕਾਫੀ ਸਪੋਰਟ ਕੀਤਾ, ਉਹ ਮੇਰੇ ਮਾਰਗਦਰਸ਼ਕ ਨੇ। ਤੇ ਫਿਰ ਪਰਮਾਤਮਾ ਦੀ ਕਿਰਪਾ ਕਿ ਪਹਿਲਾਂ ਮੈਂ ਵਾਰਾਂ ਗਾਉਂਦਾ ਹੁੰਦਾ ਸੀ, ਫਿਰ 2008 ਦੇ ਵਿੱਚ ਆਲ ਇੰਡੀਅਨ ਕਲਚਰਲ ਐਸੋਸੀਏਸ਼ਨ ਉਹਨਾਂ ਨੇ ਮੈਨੂੰ ਵਾਰ ਤੇ ਕਵੀਸ਼ਰੀ ਦੀ ਜੱਜਮੈਂਟ ਤੇ ਬੁਲਾਇਆ। ਹਾਂਜੀ, ਉੱਥੇ ਮੇਰੇ ਨਾਲ ਭਾਜੀ ਦਲਵਿੰਦਰ ਦਿਆਲਪੁਰੀ ਜਿਹੜੇ ਲੋਕ ਗਾਇਕ ਨੇ ਉਹ ਮੇਰੇ ਨਾਲ ਬੈਠੇ ਮੇਰੇ ਪੈਨਲ ਦੇ ਵਿੱਚ। ਤੀਰਥ ਸਿੰਘ ਢਿੱਲੋਂ ਜਿਹੜੇ ਨਿਊਜ਼ ਐਂਕਰ ਨੇ ਦੂਰਦਰਸ਼ਨ ਦੇ, ਅਸੀਂ ਤਿੰਨਾਂ ਨੇ ਜੱਜਮੈਂਟ ਕੀਤੀ। ਉਸ ਤੋਂ ਬਾਅਦ ਫਿਰ ਯੂਨੀਵਰਸਿਟੀ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਜਿੱਥੇ ਕਿ ਅਸੀਂ ਆਪ ਗਾਉਂਦੇ ਰਹੇ, ਪਰਫਾਰਮ ਕਰਦੇ ਰਹੇ, ਉੱਥੋਂ ਵੀ ਬੜਾ ਮਾਣ ਮਿਲਿਆ। ਉੱਥੋਂ ਮੈਂ 2009 ਤੋਂ ਲੈ ਕੇ 2019 ਤੱਕ ਮੈਂ ਲਗਾਤਾਰ ਉੱਥੇ ਜੱਜਮੈਂਟ ਤੇ ਜਾਂਦਾ ਰਿਹਾ। ਕੱਲਾ GNDU ਦੇ ਵਿੱਚ ਹੀ ਨਹੀਂ, ਉਸ ਦੇ ਨਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਔਰ PU, ਤਕਰੀਬਨ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਉਹ ਮਾਣ ਦਿੰਦੇ ਨੇ। ਔਰ ਵਾਰ ਤੇ ਕਵੀਸ਼ਰੀ ਦੀ ਮੈਂ ਅਕਸਰ ਜਿਹੜੀ ਜੱਜਮੈਂਟ ਕਰਦਾ, ਉਹਦੇ ਵਿੱਚ ਡਾਕਟਰ ਮੈਡਮ ਅੰਮ੍ਰਿਤਸਰ ਤੋਂ ਜਿਹੜੇ ਉਹਨਾਂ ਨਾਮ ਵਿਸਰ ਗਿਆ, ਪ੍ਰੋਫੈਸਰ ਸੂਬਾ ਸਿੰਘ ਜੀ, ਡਾਕਟਰ ਬਲਜੀਤ ਸਿੰਘ ਸੇਖੋਂ ਸਾਹਿਬ, ਔਰ ਡਾਕਟਰ ਜਗਜੀਤ ਕੌਰ ਡਾਇਰੈਕਟਰ, ਔਰ ਸਮੀਰ ਸਰ ਜਿਹੜੇ PTU ਦੇ ਡਾਇਰੈਕਟਰ ਨੇ, ਨਿਰਮਲ ਜੋੜਾ ਜੀ, ਔਰ ਉਹਨਾਂ ਨੇ ਬਹੁਤ ਹੀ ਵਧੀਆ ਜਿਹੜਾ ਸਾਨੂੰ ਇਨਕਰੇਜ ਕੀਤਾ ਔਰ ਹਮੇਸ਼ਾ ਹੀ ਮਾਣ ਦਿੰਦੇ ਰਹਿੰਦੇ ਨੇ। ਔਰ ਇਹ ਜਿਹੜੀ ਫਿਰ ਸੰਗੀਤ ਦੀ ਸ਼ੁਰੂਆਤ ਸੀ, ਬਾਕੀ ਚੱਲੀ ਜਾਂਦੇ ਹਾਂ ਜੀ। ਬਿਲਕੁਲ, ਸਾਡੇ ਲਈ ਵੀ ਬਹੁਤ ਮਾਣ ਵਾਲੀ ਗੱਲ ਹੈ ਕਿ ਜਦੋਂ ਇੰਨਾ ਮਾਣ ਬਖਸ਼ਿਆ ਜਾਂਦਾ ਤਾਂ ਖੁਸ਼ੀ ਹੁੰਦੀ ਆ। ਤੇ ਜਿਹੜੀ ਤੁਸੀਂ ਸ਼ੁਰੂਆਤ ਦੀ ਗੱਲ ਕੀਤੀ, ਤੇ ਸ਼ੁਰੂਆਤ ਦੇ ਵਿੱਚ ਵੀ ਜਿੱਥੋਂ ਢਾਡੀ ਵਾਰਾਂ ਸ਼ੁਰੂ ਹੋਈਆਂ ਸੀਗੀਆਂ, ਉਹਦੇ 2-4 ਬੋਲ ਸਾਡੇ ਦਰਸ਼ਕਾਂ ਨਾਲ ਵੀ ਥੋੜੇ ਸਾਂਝੇ ਕੀਤੇ ਜਾਣ, ਉਹਨਾਂ ਨੂੰ ਵੀ ਪਤਾ ਲੱਗੇ ਕਿ ਢਾਡੀ ਵਾਰਾਂ ਕੀ ਹੁੰਦੀਆਂ। ਠੀਕ ਹੈ ਜੀ। ਭਾਈ ਨੱਥਾ ਤੇ ਭਾਈ ਅਬਦੁੱਲਾ ਜੀ ਨੇ ਵਾਰ ਗਾਉਣੀ ਸ਼ੁਰੂ ਕੀਤੀ। ਆਖਣ ਲੱਗੇ, ਸਤਿਗੁਰ ਵਿੱਚ ਵਡਾਲੀ ਪ੍ਰਗਟਿਆ, ਹੀਰਾ ਮਾਨਕ ਜੋਨ ਗੁਣੀ ਦਾ, ਤੇਰਾ ਨਾਮ ਲਿਆ ਗੁਰੂ ਹਰਗੋਬਿੰਦ, ਅਮਰਾਵਤ ਪੌੜੀ ਚੜੀ ਦਾ, ਸਾਹਿਬਾਂ ਕਿਹੜਾ ਬੰਦਾ ਜੋ ਤੁਧ ਨਾਲ ਅੜੀ ਦਾ। ਮਹਾਰਾਜ ਕਹਿੰਦੇ ਹੋਰ ਪੜੋ। ਫਿਰ ਇਹਨਾਂ ਨੇ ਦੂਜੀ ਵਾਰ ਸ਼ੁਰੂ ਕੀਤੀ ਹੈ, ਸ਼੍ਰੀ ਗੁਰੂ ਤਖਤ ਬਰਾਜੇ ਪ੍ਰਭੂ ਧਿਆਏ ਕੈ, ਸ਼ਬ ਵਰਨੀ ਕਿਆ ਜਾਏ, ਸ਼ਬ ਵਰਨੀ ਨਾ ਜਾਏ ਕਹੂੰ ਕਿਆ ਗਾਇਕ ਹੈ, ਮੀਰ ਅਬਦਲ ਔਰ ਨੱਥਾ ਜਸ ਕਹਿ ਬਣਾਏ ਕੈ। ਮਹਾਰਾਜ ਕਹਿੰਦੇ ਵਾਰਾਂ ਤਾਂ ਤੁਹਾਡੀਆਂ ਠੀਕ ਹੈ, ਪਰ ਭਲਿਓ ਹਲੇ ਨਾੜਾਂ ਦੇ ਵਿੱਚ ਜੰਮਿਆ ਜਿਹੜਾ ਖੂਨ ਉਹ ਦੌੜਨ ਨਹੀਂ ਲੱਗਾ, ਕੋਈ ਜਸ਼ੀਲੀ ਵਾਰ ਗਾਓ। ਜਦੋਂ ਮਹਾਰਾਜ ਨੇ ਇੰਨੀ ਗੱਲ ਆਖੀ, ਬਈ ਭਾਈ ਨੱਥੇ ਨੇ ਫਿਰ ਸਰੰਗੀ ਦਾ ਗਜ਼ ਖਿੱਚਿਆ ਔਰ ਸਰੰਗੀ ਦੀਆਂ ਤਾਰਾਂ ਨੂੰ ਥੋੜਾ ਜਿਹਾ ਮਰੋੜਾ ਦਿੱਤਾ, ਔਰ ਬਾਬੇ ਅਬਦਲ ਨੇ ਮਾਰਿਆ ਢੱਡ ਦੇ ਉੱਤੇ ਹੱਥ। ਫਿਰ ਇਹਨਾਂ ਨੇ ਜਿਹੜੀ ਵਾਰ ਬੋਲੀ ਉਹ ਆਪ ਜੀ ਦੇ ਸਾਹਮਣੇ ਹੈ ਐਂ ਪੇਸ਼ ਕੀਤੀ ਜਾ ਰਹੀ।
ਮੈਂ ਬਲਿਹਾਰੀਆਂ ਜੀ ਛੇਵੇਂ ਗੁਰਾਂ ਤੋਂ ਕਹਿੰਦੇ ਦੋ ਤਲਵਾਰੀ ਬੱਦੀਆਂ ਦੋ ਤਲਵਾਰੀ ਬੱਦੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਆ ਵੀਰ ਨਾ ਮੇਰਿਓ ਤੇ ਬੱਬੀ ਮੇਲੇ ਹੋਣਗੇ ਐਸ ਜਹਾਨ ਤੇ ਆ ਪੈਣਾ ਗੂੜੀਆਂ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਓ ਹਿੰਮਤ ਬਾਹ ਕੋਟਗੜ ਹਿੰਮਤ ਬਾਹ ਕੋਟਗੜ ਦਰਵਾਜ਼ਾ ਬਲਖ ਬਹੀਰ ਦੀ ਓ ਨਾਲ ਸਿਪਾਹੀ ਹੋ ਮੇਰੀ ਦਾਰਿਆ ਕਿੰਗ ਨਾਲ ਸਿਪਾਹੀ ਨੀਲ ਨਾਲ ਓ ਮਾਰ ਦੁਸ਼ਟਾ ਕਰੇ ਤਗੀਰ ਜੀ ਸਿਪਾਹੀ ਨੀਲ ਨਾਲ ਮਾਰ ਦੁਸ਼ਟਾ ਕਰੇ ਤਗੀਰ ਜੀ ਪੱਗ ਤੇਰੀ ਕੀ ਜਹਾਂਗੀਰ ਦੀ ਤੇਰੀ ਕੀ ਜਹਾਂਗੀਰ ਦੀ ਸਹਿਬਾ ਪੱਗ ਤੇਰੀ ਕੀ ਜਹਾਂਗੀਰ ਦੀ ਯਾਦ ਰੱਬਾ ਜੱਗ ਰਹਿੰਦੀਆਂ ਮਰਦਾ ਤੇਰੀਆਂ ਜੱਗ ਵਿੱਚ ਰਹਿੰਦੀਆਂ ਗੁਰੂ ਜੀ ਤੇਰੀਆਂ ਹਾਂ ਜੀ ਹਾਂ ਵਰਤੀਆਂ ਜਾ ਵਾਹ ਜੀ ਵਾਹ, ਕੀ ਬਾਤ ਹੈ। ਬਹੁਤ ਖੂਬਸੂਰਤੀ ਦੇ ਨਾਲ ਤੁਸੀਂ ਇਸ ਨੂੰ ਨਿਭਾਇਆ ਤੇ ਕਹਿੰਦੇ ਸਭ ਤੋਂ ਔਖਾ ਹੁੰਦਾ ਢਾਡੀ ਵਾਰਾਂ ਨੂੰ ਗਾਉਣਾ ਹੈ ਜੀ। ਪਰ ਜੇ ਗੱਲ ਕਰੀਏ ਅੱਜ ਕੱਲ ਦੀ ਢਾਡੀ ਜਥਿਆਂ ਦੀ ਜਾਂ ਵਾਰਾਂ ਦੀ ਕੋਈ ਵੀ ਗੱਲ ਕਰੀਏ ਹੈ ਨਾ ਸਟੇਜ ਦੀ ਤੇ ਅੱਜ ਕੱਲ ਜ਼ਿਆਦਾ ਗੀਤਾਂ ਵੱਲ ਨੂੰ ਤੁਰ ਪਏ ਆ ਕਿ ਗੀਤਾਂ ਦੀ ਤਰ੍ਹਾਂ ਜਿਹੜੀਆਂ ਢਾਡੀ ਵਾਰਾਂ ਗਾਈਆਂ ਜਾਣ ਲੱਗੀਆਂ ਇਹਦੇ ਬਾਰੇ ਕੀ ਕਹੋਗੇ? ਇਹਦੇ ਦੋ ਤਿੰਨ ਕਾਰਨ ਆ ਜੀ। ਇੱਕ ਤਾਂ ਸੋਸ਼ਲ ਮੀਡੀਆ ਦਾ ਯੁੱਗ ਆ ਗਿਆ, ਕੁਛ ਸਮੇਂ ਦੇ ਵਿੱਚ ਚੇਂਜ ਆ ਗਈ ਔਰ ਸਾਡੇ ਜਿਹੜੇ ਢਾਡੀ ਭਰਾ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਜਿਹੜੇ ਨਵੀਂ ਯੰਗ ਜਨਰੇਸ਼ਨ ਆ ਕਿ ਅਸੀਂ ਨਵਾਂ ਹੀ ਕੁਝ ਗਾਵਾਂਗੇ ਔਰ ਉਹ ਸਾਨੂੰ ਸੁਣਨਗੇ। ਕੁਛ ਇੱਕ ਹੁੰਦਾ ਵੀ ਆ, ਬਟ ਇੱਥੇ ਮੈਂ ਇੱਕ ਗੱਲ ਕਰਦਾ ਕਿ ਜਿਹੜਾ ਪੰਜਾਬੀ ਗਾਣੇ ਪੰਜਾਬੀ ਸੌਂਗਸ ਨੇ ਉਹਨਾਂ ਨੂੰ ਅਸੀਂ ਬਹੁਤ ਈਜ਼ੀਲੀ ਗਾ ਸਕਦੇ, ਪਰ ਜਿਹੜਾ ਢਾਡੀ ਰਾਗ ਹੈ ਜਿਸ ਤਰ੍ਹਾਂ ਤੁਸੀਂ ਹੁਣ ਦੇਖਿਆ ਆ ਬਿਲਕੁਲ ਔਰ ਇਹ ਚੀਜ਼ ਨੂੰ ਗਾਉਣਾ ਕਠਿਨ ਆ। ਕਹਿਣ ਦਾ ਮਤਲਬ ਅਸੀਂ ਉਹਨਾਂ ਵਾਲਾ ਜਿਹੜਾ ਉਹਨੂੰ ਅਡਾਪਟ ਕਰ ਸਕਦੇ, ਉਹ ਸਾਡਾ ਵਾਲਾ ਜਿਹੜਾ ਬਹੁਤ ਚੰਦ ਸਿੰਗਰ ਹੈ ਜਿਹੜੇ ਬਹੁਤ ਵਧੀਆ ਸਟੇਜ ਪਰਫਾਰਮਰ ਨੇ ਔਰ ਉਹ ਕਰ ਸਕਦੇ। ਦੂਸਰਾ ਮੈਂ ਇੱਕ ਥੋੜਾ ਜਿਹਾ ਪਿੱਛੇ ਜਾਣਾ ਚਾਹੁੰਦਾ ਜੀ ਕਿ ਮੀਡੀਆ ਦਾ ਯੁੱਗ ਹੈ ਬਿਲਕੁਲ, ਕਿਉਂਕਿ ਸਾਡੇ ਲੋਕ ਜਿਹੜੇ ਆ ਇੱਕ ਜਿਹੜਾ ਸਾਡਾ ਢਾਡੀ ਤਬਕਾ ਆ, ਢਾਡੀ ਸ਼੍ਰੇਣੀ ਆ, ਇਹ ਪਿੰਡਾਂ ਦੇ ਸਿੱਧੇ ਸਾਦੇ ਭੋਲੇ ਭਾਲੇ ਲੋਕ ਸੀ ਵਿਚਾਰੇ ਔਰ ਉਹ ਚੀਜ਼ਾਂ ਜਿਹੜੀਆਂ ਅਸੀਂ ਲੋਕਾਂ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਜਿਹੜਾ ਅਸੀਂ ਉਹਨਾਂ ਨੂੰ ਸਟੈਬਲਿਸ਼ ਨਹੀਂ ਕਰ ਸਕੇ ਔਰ ਸਾਡੀਆਂ ਜਿਹੜੀਆਂ ਟਿਊਨਸ ਸੀ ਉਹਨਾਂ ਨੂੰ ਬਹੁਤ ਸਾਰੇ ਸਿੰਗਰਾਂ ਨੇ ਗਾਇਆ ਔਰ ਸਿੰਗਰਾਂ ਨੇ ਗਾ ਕੇ ਔਰ ਉਹ ਜਿਹੜਾ ਮੀਡੀਆ ਦੇ ਵਿੱਚ ਆ ਗਈਆਂ ਤਾਂ ਲੋਕਾਂ ਨੂੰ ਇਹ ਲੱਗਿਆ ਕਿ ਇਹ ਇਹਨਾਂ ਦੀਆਂ ਹੀ ਟਿਊਨਸ ਨੇ, ਜਦ ਕਿ ਉਹ ਢਾਡੀ ਰਾਗ ਦੀਆਂ ਟਿਊਨਸ ਸੀ ਔਰ ਉਹਨਾਂ ਨੇ ਰਿਕਾਰਡ ਕਰਕੇ ਜਿਹੜਾ ਲੋਕਾਂ ਦੇ ਵਿੱਚ ਔਰ ਉਹਨਾਂ ਨੂੰ ਜਿਹੜਾ ਲੋਕਾਂ ਦੇ ਵਿੱਚ ਉਹਨਾਂ ਨੇ ਉਹ ਚੀਜ਼ ਜਿਹੜੀ ਆ ਉਹ ਪੇਸ਼ ਕਰ ਦਿੱਤੀ ਔਰ ਜਦ ਕਿ ਉਹ ਸਾਡਾ ਸੀ। ਹੁਣ ਕਈ ਸਿੰਗਰਸ ਨੇ ਜਿੱਦਾਂ ਪੁਰਾਣੇ ਸਿੰਗਰਸ ਮਾਨਕ ਸਾਹਿਬ ਸੀ ਔਰ ਸਾਡੇ ਸੁੰਦਰ ਸਿੰਧਾ ਜੀ ਨੇ ਔਰ ਹੋਰ ਵੀ ਕਾਫੀ ਸਿੰਗਰਸ ਨੇ ਔਰ ਉਹਨਾਂ ਨੇ ਢਾਡੀ ਰਾਗ ਦੀਆਂ ਕਾਫੀ ਵੰਨਗੀਆਂ ਜਿਹੜੀਆਂ ਉਹਨਾਂ ਨੇ ਗਾਈਆਂ, ਪਰ ਜੇ ਅਸੀਂ ਹੁਣ ਉਹ ਸਟੇਜਾਂ ਤੇ ਗਾਉਣੇ ਤੇ ਕਈ ਵਾਰ ਸਵਾਲ ਹੁੰਦਾ ਯਾਰ ਇਹ ਉਹਨਾਂ ਦੀਆਂ ਤਰਜ਼ਾਂ, ਬਟ ਨਹੀਂ, ਉਹ ਤਰਜ਼ਾਂ ਕਿਸੇ ਟਾਈਮ ਸਾਡੀਆਂ ਸੀ ਔਰ ਉਹਨਾਂ ਨੇ ਗਾ ਦਿੱਤੀਆਂ।
ਬਿਲਕੁਲ ਤਾਂ ਇਸੇ ਕਰਕੇ ਕਿ ਮੋੜ ਲੈ ਲਿਆ ਇਹ ਮੋਡ ਲੈ ਲਿਆ। ਮੈਂ ਫਿਰ ਕਹਿਣਾ ਚਾਹੁੰਦਾ ਕਿ ਜਿਹੜਾ ਜਿੱਦਾਂ ਪੰਜਾਬੀ ਗਾਣੇ ਜੋ ਅੱਜ ਚੱਲਦੇ ਆ, ਜਿਸ ਤਰ੍ਹਾਂ ਟਰੈਕ ਵਗੈਰਾ ਜੋ ਵੀ ਉਹਨਾਂ ਦੇ ਵਿੱਚ ਲੂਪ ਵਗੈਰਾ ਲਾ ਕੇ ਉਹਨਾਂ ਦੀ ਰਿਕਾਰਡਿੰਗ ਹੁੰਦੀ ਹੈ, ਉਹ ਗਾਉਣਾ ਬਹੁਤ ਸੌਖਾ। ਉਦਾਂ ਤਾਂ ਸਾਡੇ ਕੋਲ ਭਾਵੇਂ 3 ਦਿਨ ਗਵਾਈ ਰੱਖੋ, ਪਰ ਜਿਹੜੀ ਗਾਇਕੀ ਆ ਇਹਨੂੰ ਥੋੜਾ ਬਹੁਤ ਮਤਲਬ ਕਾਫੀ ਕਹਿ ਸਕਦੇ, ਥੋੜਾ ਨਹੀਂ ਬਹੁਤ ਔਖਾ ਹੈ। ਬਿਲਕੁਲ। ਤੇ ਜੇਕਰ ਢਾਡੀ ਵਾਲਿਆਂ ਦੀ ਕੋਈ ਇੰਟਰਵਿਊ ਕਰਨੀ ਹੋਵੇ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਸਵਾਲ ਤੇ ਜਵਾਬ ਸਾਰੇ ਢਾਡੀ ਵਾਰਾਂ ਦੇ ਵਿੱਚ ਹੀ ਹੁੰਦੇ ਨੇ, ਤੇ ਮੈਂ ਇੱਥੇ ਜ਼ਿਆਦਾ ਕੁਝ ਕਹਿਣਾ ਨਹੀਂ ਚਾਹੂੰਗੀ ਕਿਉਂਕਿ ਉਹਨਾਂ ਦੇ ਜਿਹੜੇ ਸਵਾਲ ਤੇ ਜਵਾਬ ਨੇ ਸਾਰੇ ਦਰਸ਼ਕਾਂ ਨੂੰ ਵਾਰਾਂ ਰਾਹੀਂ ਮਿਲ ਜਾਂਦੇ ਨੇ। ਮੈਂ ਚਾਹੂੰਗੀ ਸਾਡੇ ਦਰਸ਼ਕਾਂ ਨੂੰ 5-7 ਮਿੰਟ ਲਗਾਤਾਰ ਜਿਹੜਾ ਤੁਸੀਂ ਢਾਡੀ ਵਾਰਾਂ ਸੁਣਾਓ ਤਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਪਤਾ ਲੱਗੇ ਕਿ ਅਸਲੀਅਤ ਕੀ ਆ। ਠੀਕ ਹੈ ਜੀ। ਵੈਸੇ ਵੀ ਮੈਂ ਨਾ ਅੱਜ ਸੋਚ ਕੇ ਆਇਆ ਸੀ ਕਿ ਕਿਉਂਕਿ ਇਹ ਜਿਹੜਾ ਤੁਹਾਡਾ ਜਿਹੜਾ ਅਸੀਂ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਤੁਹਾਡਾ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਸਾਡਾ ਪ੍ਰੋਗਰਾਮ ਟੈਲੀਕਾਸਟ ਹੋਣਾ, ਤੁਹਾਡੇ ਥੈਂਕ ਯੂ ਵੀ ਕਰਦੇ ਸੀ। ਔਰ ਮੈਂ ਸੋਚ ਕੇ ਆਇਆ ਕਿ ਅੱਜ ਅਸੀਂ ਤਕਰੀਬਨ ਸਾਰਾ ਜਿਹੜਾ ਮਤਲਬ ਨਰੋਲ ਢਾਡੀ ਰਾਗ ਉਹ ਪੇਸ਼ ਕਰਾਂਗੇ, ਕਿਉਂਕਿ ਢਾਡੀ ਰਾਗ ਦੇ ਵਿੱਚ ਬਹੁਤ ਸਾਰੀਆਂ ਵੰਨਗੀਆਂ ਨੇ, ਜਿਸ ਤਰ੍ਹਾਂ ਪੰਚਮ ਦਾ ਸਾਕਾ, ਜੋੜੇ ਦਾ ਸਾਕਾ, ਅੰਗ ਦੀ ਵਾਰ, ਢਾਈਏ ਦੀ ਵਾਰ, ਢਾਈਆ, ਸੰਮੀ, ਢੋਲਾ, ਜੱਗਾ ਔਰ ਅੰਗ ਦੀ ਬੈਂਤ, ਜੋੜੇ ਦੀ ਬੈਂਤ, ਜੋੜੇ ਦੀ ਕਲੀ, ਇਹ ਬਹੁਤ ਸਾਰੀਆਂ ਜਿੱਦਾਂ ਹੋਰ ਵੀ ਵੰਨਗੀਆਂ ਨੇ। ਮੈਂ ਜਿਹੜੀਆਂ ਮੁੱਖ ਵੰਨਗੀਆਂ ਮੈਂ ਤਾਂ ਉਹਨਾਂ ਦੇ ਨਾਮ ਤੁਹਾਡੇ ਸਾਹਮਣੇ ਲੈਣੇ। ਔਰ ਹੁਣ ਮੇਰਾ ਇਰਾਦਾ ਹੈ ਕਿ ਜੋੜੇ ਦੀ ਬੈਂਤ ਜਿਹੜੀ ਬਿਲਕੁਲ, ਔਰ ਇਹ ਵੀ ਇੱਕ ਬਹੁਤ ਕਹਿ ਸਕਦੇ ਆਪਾਂ ਔਖੀ ਟਿਊਨ ਹੈ। ਚਲੋ ਪ੍ਰਮਾਤਮਾ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਔਰ ਉਹ ਸਾਖਸ਼ਾਤ ਹੋ ਕੇ ਇਹਨੂੰ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਗੇ। ਜੋੜੇ ਦੀ ਬੈਂਤ ਔਰ ਨਾਲ ਆਪਾਂ ਜਿਹੜਾ ਇਤਿਹਾਸ ਆ ਉਹਨੂੰ ਵੀ ਜਦੋਂ ਆਪਾਂ ਉਹ ਗੱਲ ਕਰਦੇ ਹਾਂ ਕਿ ਜਦੋਂ ਭਾਈ ਨੱਥਾ ਤੇ ਭਾਈ ਅਬਦੁਲ ਨੇ ਤੀਸਰੀ ਵਾਰ ਗਾਈ ਤੇ ਫਿਰ ਸਾਰਿਆਂ ਦੇ ਜਿਹੜਾ ਡੌਲਿਆਂ ਦੇ ਵਿੱਚ ਡੌਲੇ ਫਰਕਣ ਲੱਗ ਪਏ, ਜੋਸ਼ ਆ ਗਿਆ ਔਰ ਉੱਥੇ 6ਵੇਂ ਪਾਤਸ਼ਾਹ ਨੇ ਆਪਣੇ ਮਿਆਨ ਦੇ ਵਿੱਚੋਂ ਸਰਰ ਕਰਦੀ ਤਲਵਾਰ ਖਿੱਚ ਕੇ ਇੱਕ ਐਲਾਨੇ ਜੰਗ ਕੀਤਾ ਏ। ਇੱਕ ਜਿਹੜਾ ਉਹਨਾਂ ਨੇ ਨਵਾਂ ਜਿਹੜਾ ਪ੍ਰੋਗਰਾਮ ਕੌਮ ਨੂੰ ਦਿੱਤਾ ਏ, ਉਹਨੂੰ ਜੋੜੇ ਦੀ ਬੈਂਤ ਦੇ ਵਿੱਚ ਆਪ ਜੀ ਦੇ ਸਾਹਮਣੇ ਅਸੀਂ ਕੁਝ ਕਿਉਂ ਪੇਸ਼ ਕਰ ਰਹੇ ਹਾਂ। ਚੜ੍ਹਦੀ ਕਲਾ ਦਾ ਨਾਰਾ ਗੁਜਾ ਦਿੱਤਾ। ਝੰਡਾ ਕੇਸਰੀ ਉੱਚਾ ਚਲਾ ਦਿੱਤਾ।
ਲਿਸ਼ਕੀਆਂ ਤੀਰ ਕਮਾਨ ਸ਼ੂਕੇ ਤੇ ਲਿਸ਼ਕੀਆਂ ਤੀਰ ਕਮਾਨ ਸ਼ੂਕੇ ਸ਼ਾਂਤ ਮਈ ਦਾ ਬਦਲ ਸੁਭਾ ਦਿੱਤਾ ਚੜਤਾ ਦਿਲਬਰਾ ਸੋਢੀ ਸੁਲਤਾਨ ਦੀਆਂ ਕਾਂਬਾ ਮੁਗਲ ਬਈ ਕਾਂਬਾ ਮੁਗਲ ਬਈ ਕਾਂਬਾ ਮੁਗਲ ਸਰਕਾਰ ਨੂੰ ਲਾ ਦਿੱਤਾ ਕਾਂਬਾ ਮੁਗਲ ਸਰਕਾਰ ਨੂੰ ਲਾ ਦਿੱਤਾ ਵਾਹ ਜੀ ਵਾਹ। ਕਹਿੰਦੇ ਗੁਰੂ ਦੀ ਵਡਿਆਈ ਜਿੰਨੀ ਕਰ ਲਈ ਉਹਨੇ ਥੋੜੀ ਹੁੰਦੀ ਆ, ਤੇ ਇਹ ਤਾਂ ਬਹੁਤ ਔਖੀਆਂ ਹੁੰਦੀਆਂ ਢਾਡੀ ਵਾਰਾਂ ਗਾਉਣੀਆਂ। ਜਿਹੜਾ ਤੁਸੀਂ ਨਿਭਾ ਰਹੇ ਹੋ ਉਹ ਬਹੁਤ ਔਖਾ ਹੁੰਦਾ, ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਸਾਡੀ ਸਿੱਖ ਸੰਗਤ ਆ ਜਾਂ ਸਾਡਾ ਪੰਜਾਬੀ ਭਾਈਚਾਰਾ ਉਹਨਾਂ ਨੂੰ ਤੁਸੀਂ ਜੋੜ ਰਹੇ ਹੋ ਗੁਰੂ ਦੇ ਨਾਲ। ਧੰਨਵਾਦ ਜੀ। ਤੇ ਤੁਹਾਡੇ ਨਾਲ ਭਾਈ ਸਾਹਿਬ ਸਾਥ ਦੇ ਰਹੇ ਨੇ ਸ਼ੀਤਲ ਸਿੰਘ ਜੀ ਜੀ ਉਹਨਾਂ ਬਾਰੇ ਥੋੜਾ ਜਿਹਾ ਦੱਸੋ। ਤੁਸੀਂ ਦੱਸੋ ਕਿ ਤੁਸੀਂ ਕਿੱਥੋਂ ਔਰ ਤੁਹਾਨੂੰ ਕਿੱਦਾਂ ਲੱਗਿਆ ਕਿ ਤੁਸੀਂ ਢਾਡੀ ਵਾਰਾਂ ਦੇ ਵਿੱਚ ਜਾਂ ਢਾਡੀ ਜਥੇ ਦੇ ਵਿੱਚ ਆ ਸਕਦੇ ਹੋ। ਮੈਡਮ ਮੇਰੇ ਜਿੱਦਾਂ ਉਸਤਾਦ ਜੀ ਗਿਆਨੀ ਜਗਜੀਤ ਸਿੰਘ ਜੀ ਹਾਂਜੀ। ਹੈਗਾ ਜੀ, ਤੇ ਮੇਰੇ ਵੱਡੇ ਵੀਰ ਮਾਸੀ ਜੀ ਦੇ ਬੇਟੇ ਗੁਰਜੀਤ ਸਿੰਘ ਜੀ ਗੋਰੀ, ਇਹਨਾਂ ਨੂੰ ਅੱਛਾ। ਦੇਖ ਕੇ ਮੈਂ ਸ਼ੁਰੂ ਕੀਤਾ ਜੀ। ਤੇ ਬਾਕੀ ਭਾਜੀ ਉਹਨਾਂ ਨੇ ਮੈਨੂੰ ਸਿਖਾ ਕੇ ਜਾਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਮੈਂ ਕਾਫੀ ਜਿਹੜੇ ਲਾਇਆ। ਅੱਛਾ ਜੀ। ਹੁਣ ਵੀ ਇਹ ਜਾ ਰਿਹਾ ਸੀਗਾ ਜੀ, ਕਰੋਨਾ ਵਾਇਰਸ ਕਰਕੇ ਹੁਣ ਤਾਂ ਇਹਦੀ ਟਿਕਟ ਵੀ ਮਤਲਬ ਪਹਿਲਾਂ ਲਿੱਤੀ ਹੋਈ ਸੀ, ਬਾਅਦ ਚ ਲੋਕਡਾਊਨ ਹੋ ਗਿਆ, ਨਹੀਂ ਤੇ ਆਪਣੇ ਕਾਬੂ ਨਹੀਂ ਸੀ ਹੋਣਾ ਜੀ, ਇਹਨੇ ਚਲੇ ਜਾਣਾ ਸੀ। ਅੱਛਾ ਜੀ। ਤੇ ਮਤਲਬ ਮਾਸੀ ਜੀ ਦੇ ਬੇਟੇ ਨੇ ਤੁਹਾਡੇ ਜੀ, ਹਨਾ, ਹਾਂਜੀ, ਤਾਂ ਤੁਸੀਂ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਇੱਕੋ ਪਰਿਵਾਰ ਦੇ ਵਿੱਚੋਂ ਜਦੋਂ ਇਦਾਂ ਦੇ ਕਰੈਕਟਰ ਉੱਠਦੇ ਨੇ ਜਿਹੜੇ ਸੇਧ ਦਿੰਦੇ ਨੇ ਦੁਨੀਆ ਨੂੰ, ਤਾਂ ਬਹੁਤ ਖੁਸ਼ੀ ਮਿਲਦੀ ਹੈ ਸਾਨੂੰ ਸਾਰਿਆਂ ਨੂੰ ਹਨਾ। ਤੇ ਸ਼ੀਤਲ ਜੀ ਤੁਹਾਨੂੰ ਇਦਾਂ ਨਹੀਂ ਲੱਗਦਾ ਕਦੇ, ਕਿਉਂਕਿ ਜਿਹੜਾ ਅੱਜ ਕੱਲ ਦਾ ਯੂਥ ਹੈ ਹਨਾ, ਤੁਸੀਂ ਵੀ ਅੱਜ ਕੱਲ ਦੇ ਯੂਥ ਦੇ ਵਿੱਚ ਵਿਚਰ ਰਹੇ ਹੋ, ਜੀ ਮੈਮ। ਤੇ ਬਹੁਤ ਸਾਰੇ ਕਹਿੰਦੇ ਆ ਕਿ ਜੇ ਢਾਡੀ ਵਾਰਾਂ ਜਾਂ ਗੁਰੂ ਵੱਲ ਲੱਗਾਂਗੇ ਅਸੀਂ ਤਾਂ ਬਹੁਤ ਸਾਰੇ ਲੋਕ ਨੇ, ਸਾਡੀ ਫੈਨ ਫੋਲੋਇੰਗ ਘੱਟ ਹੋਊਗੀ, ਜਿਹਨੂੰ ਅਸੀਂ ਸਿੱਧੀ ਪੰਜਾਬੀ ਦੇ ਵਿੱਚ ਕਹੀਏ ਤਾਂ ਹਨਾ, ਹਾਂਜੀ ਕਿ ਸਾਡੇ ਫੈਨ ਘੱਟ ਹੋਣਗੇ। ਤੁਹਾਨੂੰ ਨਹੀਂ ਕਦੇ ਇਦਾਂ ਲੱਗਿਆ ਕਿ ਜੇ ਤੁਸੀਂ ਦੂਜਾ ਐਂਟਰਟੇਨਮੈਂਟ ਦੇ ਵਿੱਚ ਜਾਓਗੇ ਤਾਂ ਤੁਹਾਡੇ ਜਿਹੜੇ ਫੈਨ ਨੇ ਜ਼ਿਆਦਾ ਹੋਣਗੇ? ਮੈਡਮ ਸਭ ਤੋਂ ਵੱਡੀ ਗੱਲ ਆ ਤਾਂ ਅਸੀਂ ਗੁਰੂ ਦੇ ਲੜ ਲੱਗੇ ਹੋਏ ਆ ਜੀ। ਬਿਲਕੁਲ। ਹਾਂਜੀ, ਤੇ ਜੋ ਆਪਾਂ ਉਧਰਲੇ ਪਾਸੇ ਜਾ ਕੇ ਨਹੀਂ ਸੀ ਉਹਨਾਂ ਕਰ ਸਕਦੇ, ਹੂੰ ਤੇ ਇਧਰਲੇ ਪਾਸੇ ਜੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਰੇ ਘੁੰਮੇ ਆਏ ਆ ਮੈਡਮ, ਹੂੰ ਜੋ ਇੰਨਾ ਉੱਥੇ ਇੰਨਾ ਮਾਨ ਸਤਿਕਾਰ ਮਿਲਿਆ ਸ਼ਾਇਦ ਇਸ ਲਾਈਨ 'ਚ ਨਾ ਮਿਲਦਾ। ਹੂੰ ਹਾਂਜੀ ਬਿਲਕੁਲ ਜੀ। ਤੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ। ਔਰ ਜਿੰਨੇ ਵੀ ਤੁਸੀਂ, ਮੈਨੂੰ ਬਹੁਤੀ ਨੌਲੇਜ ਨਹੀਂ ਹੈਗੀ, ਤੁਸੀਂ ਦੱਸਿਆ ਅੱਜ ਕਿ ਕਿੰਨੇ ਰਾਗ ਹੁੰਦੇ ਹੈ ਨਾ, ਜਿੱਦਾਂ ਭਾਈ ਸਾਹਿਬ ਨੇ ਦੱਸਿਆ ਮੈਨੂੰ ਹੈ ਨਾ, ਰਾਗਾਂ ਬਾਰੇ ਦੱਸਿਆ, ਸਾਰੀਆਂ ਚੀਜ਼ਾਂ ਬਾਰੇ ਦੱਸਿਆ। ਤੇ ਕਹਿੰਦੇ ਹੁੰਦੇ ਕਿ ਗਾਗਰ ਦੇ ਵਿੱਚ ਸਾਗਰ ਭਰਨਾ ਹੈ ਨਾ, ਥੋੜੇ ਸਮੇਂ ਦੇ ਵਿੱਚ ਤੁਸੀਂ ਬਹੁਤੀ ਨੌਲੇਜ ਦੇ ਦਿੱਤੀ ਸਾਨੂੰ। ਤੇ ਅੱਜ ਕੱਲ੍ਹ ਚੱਲ ਰਿਹਾ ਜਿਵੇਂ ਕਰੋਨਾ ਦਾ, ਸਾਰਿਆਂ ਨੂੰ ਪਤਾ ਕਿ ਕਰੋਨਾ ਮਹਾਮਾਰੀ ਦੇ ਵਿੱਚ ਅਸੀਂ ਵਿਚਰ ਰਹੇ ਹਾਂ, ਜੀ ਤੇ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਪਾਠ ਕੀਤੇ ਗਏ, ਉਹਦੇ ਲਈ ਬਹੁਤ ਉਪਰਾਲੇ ਕੀਤੇ ਗਏ। ਤੇ ਤੁਸੀਂ ਕਰੋਨਾ ਵਾਇਰਸ ਦੇ ਲਈ ਕੁਝ ਲਿਖਿਆ, ਮੈਨੂੰ ਪਹਿਲਾਂ ਦੱਸ ਰਹੇ ਸੀ ਤੁਸੀਂ, ਤੇ ਉਹ ਕਰੋਨਾ ਵਾਇਰਸ ਤੇ ਜੋ ਵੀ ਤੁਸੀਂ ਲਿਖਿਆ ਕਿ ਗੁਰੂ ਦੀ ਸਿਫਤ ਸਲਾਹ ਦੇ ਰੂਪ ਦੇ ਵਿੱਚ, ਉਹ ਸਾਡੇ ਦਰਸ਼ਕਾਂ ਦੇ ਜ਼ਰੂਰ ਰੂਬਰੂ ਕਰੋ। ਕਰੋਨਾ ਵਾਇਰਸ ਇੱਕ ਬੜਾ ਵੱਡਾ ਜਿਹੜਾ ਇੱਕ ਆਲ ਵਰਲਡ ਇੱਕ ਜਿਹੜੀ ਵਰਲਡ ਪੈਂਡੈਮਿਕ, ਹਾਂਜੀ। ਇੱਕ ਸਾਰੇ ਦੁਨੀਆ ਦੀ ਮਹਾਮਾਰੀ ਹੈ। ਹੂੰ ਔਰ ਜਿੱਥੇ ਸਾਰਾ ਜਿਹੜਾ ਮੁਲਕ ਹੈ, ਸਾਰੀ ਦੁਨੀਆ ਇਹਦੇ ਨਾਲ ਜੂਝਦੀ ਪਈ ਆ, ਹੂੰ ਉੱਥੇ ਦੇ ਵਿੱਚੋਂ ਕੁਝ ਸਾਨੂੰ ਸਿੱਖਣ ਨੂੰ ਮਿਲਿਆ ਬਿਲਕੁਲ। ਔਰ ਕੁਝ ਅਸੀਂ ਯੂਜ਼ ਟੂ ਹੋਏ ਆ। ਹੂੰ ਉਹ ਕੁਝ ਸਾਨੂੰ ਇਹ ਪਤਾ ਲੱਗਿਆ ਆ ਕਿ ਇਹਨਾਂ ਜਿਹੜੀਆਂ ਫਜ਼ੂਲ ਖਰਚੀਆਂ, ਹੁਣ ਸਪੋਜ਼ ਜਿੱਦਾਂ ਹੁਣ ਬਾਹਰ ਵੀ ਆ ਇੱਥੇ ਵੀ ਆ, ਹੂੰ ਕਰੋਨਾ ਵਾਇਰਸ ਦੇ ਵਿੱਚ ਤੁਸੀਂ ਦੇਖਿਆ ਮੈਰਿਜ ਵਗੈਰਾ ਹੋਈਆਂ, ਬਿਲਕੁਲ। ਸੈਲੀਬ੍ਰੇਸ਼ਨ ਦੇ ਸਮਾਗਮ ਹੋਏ, ਹੂੰ ਤੇ ਉਹ ਜਿੱਥੇ 1200-1500 2-2000 3-3000 ਦਾ ਇਕੱਠ ਹੁੰਦਾ ਸੀ, ਹੂੰ ਉਹ 5 ਪਰਸਨ ਜਿਹੜੇ ਆ ਹੂੰ ਉਹਨਾਂ ਦੇ ਨਾਲ ਵੀ ਹੋਇਆ, ਸੇਮ ਉਹੀ ਚੀਜ਼ ਹੈ, ਬਿਲਕੁਲ। ਲੇਕਿਨ ਜਿਹੜਾ ਉਹ ਲੋਕਾਂ ਨੂੰ ਇਕੱਠੇ ਕਰਕੇ ਜਿਹੜਾ ਫਜ਼ੂਲ ਖਰਚੀ ਤੋਂ ਅਸੀਂ ਬਚੇ ਹਾਂ, ਸ਼ੋਅ ਆਫ ਤੋਂ ਬਚ ਗਏ ਇਹ ਸਾਰੇ। ਸ਼ੌਪ ਤੋਂ ਬਚ ਗਿਆ। ਹੋਰ ਵੀ ਕਈ ਕੁਛ ਆ, ਜਿੱਦਾਂ ਚਲੋ ਧਾਰਮਿਕ ਤੌਰ ਤੇ ਵੀ ਜਾਂ ਲਾ ਲਓ ਜਾਂ ਸਮਾਜਿਕ ਤੌਰ ਤੇ ਵੀ, ਔਰ ਸਾਨੂੰ ਰਹਿਣਾ ਸਹਿਣਾ ਆ ਗਿਆ ਬਿਲਕੁਲ। ਕਿ ਅਸੀਂ ਕਿਸ ਤਰ੍ਹਾਂ, ਗੁਰੂ ਸਾਹਿਬ ਨੇ ਸਾਨੂੰ ਕਿਹਾ ਸੀ, ਜੋ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਸੀ ਕਿ ਸੁੱਚਮ ਜਿਹੜੀ ਆ, ਹਾਂ ਆਪਾਂ ਹਮੇਸ਼ਾ ਜਿਹੜਾ ਵਾ ਸੁੱਚਮ, ਕਿਸੇ ਦੀ ਝੂਠ ਨਹੀਂ ਖਾਣੀ, ਜਾਂ ਝੂਠ ਮਾਰੇ ਜਾਂ ਝੂਠ ਮਾਰੇ, ਇੱਕ ਪੰਜਾਬੀ ਦਾ ਮੁਹਾਵਰਾ ਹੈ। ਔਰ ਇਹਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਵਾਕਿਆ ਹੀ ਇਹ ਜਿਹੜੀਆਂ ਗੱਲਾਂ ਆ, ਇਹਨਾਂ ਦਾ ਕੋਈ ਮੀਨਿੰਗ ਹੈ। ਇਹ ਇਕੱਲਾ ਇਹ ਨਹੀਂ ਕਿ ਮਰਿਆਦਾ ਹੈ, ਹੋਰ ਵੀ ਬਹੁਤ ਕੁਝ ਸੀਗਾ। ਔਰ ਕੁਝ ਇਹਦੇ ਵਿੱਚ ਇਹ ਮੈਂ ਦੇਖਿਆ ਕਿ ਜਿਹੜੇ ਬਹੁਤ ਜ਼ਿਆਦਾ, ਜਿੱਦਾਂ ਅੱਜ ਕੱਲ੍ਹ ਪੰਜਾਬ ਦੇ ਵਿੱਚ ਬਾਬਾਵਾਦ ਹੈ, ਇਹ ਕਹਿੰਦੇ ਅਸੀਂ ਤੁਹਾਡਾ ਥੋੜੇ ਸਮੇਂ ਦੇ ਵਿੱਚ ਤੁਸੀਂ ਸਾਡੇ ਕੋਲ ਆਓ, ਅਸੀਂ ਹੱਲ ਕਰ ਦਿਆਂਗੇ। ਉਹ ਸਾਰਿਆਂ ਦਾ ਜਿਹੜਾ ਹੈਗਾ ਆ, ਉਹ ਭਾਂਡਾ ਭੱਜ ਗਿਆ ਕਿ ਇਹੋ ਜਿਹਾ ਕੁਝ ਨਹੀਂ ਹੈਗਾ। ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਜਿਹੜੀ ਆ, ਉਹਦੀ ਕੁਦਰਤ ਆ, ਉਹਦੇ ਤੋਂ ਕੁਝ ਬਾਹਰ ਨਹੀਂ ਹੈਗਾ। ਬਿਲਕੁਲ। ਤੋ ਉਹਦੇ ਸੰਬੰਧ ਦੇ ਵਿੱਚ ਚਾਰ ਲੈਣਾ, ਮੇਰਾ ਨਾ ਇੱਕ ਦੋਸਤ ਹੈ ਜੀ, ਮੈਂ
ਇੰਗਲੈਂਡ ਤੋਂ ਆਇਆ ਸੀ ਪਿੱਛੇ ਜਿਹਾ, ਉੱਥੇ ਸਾਡੇ ਹੈਗੇ ਸੰਜੀਵ ਭਾਜੀ, ਹਾਂਜੀ ਉਹਨਾਂ ਨੇ ਲਿਖਿਆ ਸੀ ਤੇ ਮੈਂ ਨਾ ਉਹ ਗੁਣਗੁਣਾਉਣਾ ਹੁੰਦਾ, ਉਹ ਮੈਂ ਤੁਹਾਨੂੰ ਇੱਥੇ ਬਿਲਕੁਲ। ਦੱਸਣਾ ਚਾਹੁੰਦਾ। ਉਹ ਸਬਰ ਵੀ ਪਰਖੇਗਾ, ਸੰਤੋਖ ਵੀ ਪਰਖੇਗਾ, ਉਹ ਸਬਰ ਵੀ ਪਰਖੇਗਾ, ਸੰਤੋਖ ਵੀ ਪਰਖੇਗਾ। ਐ ਕਰੋਨਾ ਤੇਰੇ ਕਰਕੇ ਉਹ ਕੁਝ ਲੋਕ ਵੀ ਪਰਖੇਗਾ, ਉਹ ਸਬਰ ਵੀ ਪਰਖੇਗਾ, ਸੰਤੋਖ ਵੀ ਪਰਖੇਗਾ, ਉਹ ਸਬਰ ਵੀ ਪਰਖੇਗਾ, ਸੰਤੋਖ ਵੀ ਪਰਖੇਗਾ। ਉਹ ਗਿਆਨ ਵੀ ਪਰਖੇਗਾ, ਧਿਆਨ ਵੀ ਪਰਖੇਗਾ, ਉਹ ਗਿਆਨ ਵੀ ਪਰਖੇਗਾ, ਧਿਆਨ ਵੀ ਪਰਖੇਗਾ। ਅੱਜ ਵੱਡੀਆਂ ਵੱਡੀਆਂ ਲੈਬਾਂ ਵਿੱਚ ਵਿਗਿਆਨ ਵੀ ਪਰਖੇਗਾ, ਅੱਜ ਵੱਡੀਆਂ ਵੱਡੀਆਂ ਲੈਬਾਂ ਵਿੱਚ ਵਿਗਿਆਨ ਵੀ ਪਰਖੇਗਾ। ਹੋ ਬੇਨਤੀਆਂ ਅਰਦਾਸਾਂ ਤੇ, ਹੋ ਬੇਨਤੀਆਂ ਅਰਦਾਸਾਂ ਤੇ ਪਰਜੋਗ ਵੀ ਪਰਖੇਗਾ। ਏ ਕਰੋਨਾ ਤੇਰੇ ਕਰਕੇ ਲੋਕ ਵੀ ਪਰਖੇਗਾ, ਸੰਜੀਵ ਕਰੋਨਾ ਕਰਕੇ ਕੁਝ ਲੋਕ ਵੀ ਪਰਖੇ। ਭਾਈ ਸਾਹਿਬ ਨੇ ਕਹਿੰਦੇ ਹੁੰਦੇ ਗਾਗਰ ਦੇ ਵਿੱਚ ਸਾਗਰ ਭਰਨਾ, ਉਹ ਭਰ ਦਿੱਤਾ ਸੀ ਤੇ ਬਹੁਤ ਆਨੰਦ ਆ ਰਿਹਾ ਸੀ ਉਹਨਾਂ ਨੂੰ ਸੁਣ ਕੇ। ਉਹਨਾਂ ਨੇ ਜਿੰਨੀ ਨੌਲੇਜ ਦਿੱਤੀ, ਮੈਨੂੰ ਲੱਗਦਾ ਕਿ ਨੇੜੇ ਤੇੜੇ ਦੀ ਵੀ ਕਦੇ ਮੈਂ ਲੰਘੀ ਨਹੀਂ ਸੀ। ਅੱਜ ਉਹਨਾਂ ਨੇ ਅੱਖਾਂ ਖੋਲੀਆਂ ਕਿ ਗੁਰੂ ਸਾਹਿਬਾਨ ਦੀ ਦਿੱਤੀ ਹੋਈ ਸਾਨੂੰ ਦਾਤ ਹੈ ਜਿਹੜੀ, ਉਹ ਕਦੇ ਵੀ ਨਹੀਂ ਖਤਮ ਹੋ ਸਕਦੀ। ਕਹਿੰਦੇ ਹੁੰਦੇ ਆ ਸਾਨੂੰ ਮੰਗਣਾ ਨਹੀਂ ਆਉਂਦਾ, ਰੱਬ ਬਹੁਤ ਕੁਝ ਦਿੰਦਾ।